सवाल ये उठता है कि जे हर बंदा फुल्लां की खेती कर लग जाए फिर जाऊ कित्थे इन्ना फुल। देखो फुੱਲਾਂ ਦੀ ਜਿਹੜੀ खेती है ये ਸਮਾਂ ਮੰਗਦੀ है और हरेक चीज़ समय ਤੇ है। ਜਿਵੇਂ ਇਹਨੂੰ ਲਾਣ ਦਾ ਸਮਾਂ ਜੇ ਉਹ ਤੋਂ ਖੁੰਝ ਗਏ ਤਾਂ ਵੀ ਅਸੀਂ ਗਏ ਹਾਂ। ਹੋਰ ਵੀ ਦੇਖਿਆ ਨਾ कि ਜਦੋਂ ਅਸੀਂ ਰੇਟ ਪੁੱਛਦੇ ਹਾਂ ਨਰਸਰੀ ਦੇ ਵਿੱਚ ਜਿਹੜੀ ਚੀਜ਼ ਤੋਂ ਉਹਦਾ ਫਾਇਦਾ ਮਿਲਣਾ ਕੱਲ੍ਹ ਨੂੰ ਸਾਨੂੰ ਕੋਈ ਫਲ ਵੀ ਮਿਲਣਾ ਹੈ ਉਹਦਾ ਭਾਅ ਘੱਟ ਆ, ਜਿਹੜਾ ਸਜਾਵਟੀ ਬੂਟਾ ਉਹਦਾ ਭਾਅ ਜ਼ਿਆਦਾ। ਅੱਜ ਦੀ ਡੇਟ 'ਚ ਮੈਂ ਗੱਲ ਕਰ ਲਾਂ ਕਿ ਥੋੜੇ ਦਿਨ ਪਹਿਲਾਂ ਇੱਕ ਬੌਨਸਾਈ ਅੱਜ ਕੱਲ੍ਹ ਕੀ ਆਉਣ ਲੱਗ ਗਏ ਨੇ ਕਿ ਉੱਪਰੋਂ ਕਟਿੰਗ ਕਰਕੇ ਟਾਹਣੀ ਲਾ ਕੇ ਜੜ੍ਹਾਂ ਦੇ ਉੱਤੇ ਉਹ ਭੇਜ ਦਿੰਦੇ ਨੇ, ਬੌਨਸਾਈ ਦੀ ਲੁੱਕ ਦਿੰਦੇ ਨੇ। 1000 ਰੁਪਏ ਦਾ ਮੇਰੇ ਸਾਹਮਣੇ ਇੱਕ ਲੇਡੀ ਖਰੀਦ ਕੇ ਗਈ। ਹੁਣ ਕਣਕ ਦਾ ਝਾੜ ਵੱਧ ਗਿਆ, ਫਿਰ ਅਸੀਂ ਫਰੂਟਸ ਵੱਲ ਦੇਖਣ ਲੱਗ ਗਏ, ਫਲਾਂ ਵੱਲ ਦੇਖਣ ਲੱਗ ਗਏ। ਹੁਣ ਜਦ ਸਾਡੇ ਕੋਲ ਫਲ ਵੀ ਵੱਧ ਗਏ, ਹੁਣ ਸਾਡੀ ਜੇਬ 'ਚ ਪੈਸਾ ਆ ਗਿਆ ਤਾਂ ਅਸੀਂ ਫੁੱਲਾਂ ਵੱਲ ਦੇਖਣ ਲੱਗ ਗਏ ਹਾਂ। ਸੋ ਅੱਜ ਹਾਲਤ ਇਹ ਹੈ ਕਿ ਜਿਸ ਚੀਜ਼ 'ਤੇ ਸਾਨੂੰ ਫੋਕਸ ਕਰਨਾ ਚਾਹੀਦਾ ਉਹ ਮੈਨੂੰ ਲੱਗਦਾ ਇਹ ਸਭ ਤੋਂ ਵਧੀਆ ਨੇ। ਜੇ ਫੁੱਲਾਂ ਦੀ ਅਸੀਂ ਖੇਤੀ ਕਰਦੇ ਹਾਂ ਤਾਂ ਫੁੱਲਾਂ ਦੇ ਵਿੱਚ ਵੀ ਨਿਊਟ੍ਰੀਸ਼ਨ ਹੈ। ਅੱਛਾ, ਫੁੱਲਾਂ ਤੋਂ ਵੀ ਕਈ ਚੀਜ਼ਾਂ ਅਸੀਂ ਬਣਾ ਸਕਦੇ ਹਾਂ। ਐਗਜ਼ਾਮਪਲ ਦਿੰਦਾ, ਜਿਸ ਫੁੱਲ ਦੇ ਵਿੱਚ ਅਸੀਂ ਖੜੇ ਹਾਂ ਕੈਲੇਂਡੂਲਾ, ਕੈਲੇਂਡੂਲਾ ਦੀ ਜੇ ਕਦੇ ਤੁਸੀਂ ਯੂਰਪੀਅਨ ਕੰਟਰੀਜ਼ 'ਚ ਪਤਾ ਕਰ ਲਓ ਤਾਂ ਕੈਲੇਂਡੂਲਾ ਦੀ ਜਿਹੜੀ ਚਾਹ ਵਿਕਦੀ ਹੈ ਉਹਦਾ ਰੇਟ ਕੀ ਹੈ ਔਰ ਇਹ ਚਾਹ ਦੇ ਫਾਇਦੇ ਕੀ ਨੇ। ਇੱਕ ਛੋਟੀ ਜਿਹੀ ਗੱਲ ਕਰਕੇ ਕਰਾਂ ਕਿ ਅਲਸਰ ਤੱਕ ਦੀ ਬਿਮਾਰੀ ਨੂੰ ਇਹ ਫੁੱਲਾਂ ਦੀ ਚਾਹ ਕੰਟਰੋਲ ਕਰਦੀ। ਅੱਜ ਜਿਹੜੇ ਬਾਹਰਲੇ ਲੋਕ ਨੇ ਉਹ ਮੱਕੀ ਦੀ ਰੋਟੀ ਸਰੋਂ ਦੇ ਸਾਗ ਤੇ ਆ ਗਏ ਨੇ ਤੇ ਅਸੀਂ ਪੀਜ਼ੇ ਤੇ ਚਲੇ ਗਏ। ਸੋ ਉਹੀ ਚੀਜ਼ ਹੈ, ਅਸੀਂ ਅੰਗਰੇਜ਼ੀ ਦੀਆਂ ਦਵਾਈਆਂ ਤੇ ਚਲੇ ਗਏ ਹਾਂ ਤੇ ਉਹ ਲੋਕ ਹਰਬਲ ਦਵਾਈਆਂ ਤੇ ਆ ਚੁੱਕੇ ਨੇ। ਸੋ ਉਹਨਾਂ ਲੋਕਾਂ ਨੂੰ ਇਹਨਾਂ ਦੀ ਮੈਡੀਸਨਲ ਵੈਲਿਊ ਦਾ ਪਤਾ ਹੈ ਔਰ ਇਸ ਕਰਕੇ ਉਹ ਮੈਕਸਿਮਮ ਹਰਬਲ ਜਿਹੜੀਆਂ ਦਵਾਈਆਂ ਦੀ ਜਿਹੜੀ ਵਰਤੋਂ ਹੈ ਉਹ ਬਾਹਰਲੇ ਦੇਸ਼ਾਂ 'ਚ ਸ਼ੁਰੂ ਹੋ ਗਈ ਹੈ। ਹੁਣ ਜੇਕਰ ਅਸੀਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਫੁੱਲ ਦੀ ਜਿਹੜੀ ਸ਼ਕਲ ਹੈ ਉਹ ਥੋੜੀ ਜਿਹੜੇ ਅਫੀਮ ਦੇ ਬੂਟੇ ਨੇ ਉਹਨਾਂ ਨਾਲ ਮਿਲਦੀ ਹੈ ਫੁੱਲਾਂ ਦੀ। ਤੁਸੀਂ ਕਾਲਜਾਂ ਸਕੂਲਾਂ 'ਚ ਵੀ ਦੇਖਦੇ ਹੋ ਤਾਂ ਇੱਥੇ ਉਹਨੂੰ ਅਸੀਂ ਲਾ ਸਕਦੇ ਹਾਂ ਕਿਉਂਕਿ ਇਹ 'ਚ ਨਸ਼ਾ ਨਹੀਂ ਹੁੰਦਾ। ਦੂਜੀ ਚੀਜ਼ ਇਹਦੇ ਬਾਰੇ ਮੈਂ ਖਾਸ ਗੱਲ ਕਰਨ ਲੱਗਾ ਤੇ ਲੋਕਾਂ ਨੇ ਜਦੋਂ ਇਹ ਦੇਖਿਆ ਇਸ ਫੁੱਲ ਨੂੰ ਤਾਂ ਤੁਸੀਂ ਮੰਨੋਗੇ ਨਹੀਂ ਕੀ ਜੜ੍ਹਾਂ ਕੀ ਪੱਤੇ ਫੁੱਲ ਤੱਕ ਖਾ ਗਏ, ਪਰ ਇਹਦੇ 'ਚ ਕੱਖ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਵੇਖ ਰਹੇ ਹੋ ਤੁਸੀਂ, ਮੈਂ ਹਾਂ ਸੁਖਵਿੰਦਰ ਸਿੰਘ ਗਰੇਵਾਲ। ਦਰਸ਼ਕੋ, ਅੱਜ ਅਸੀਂ ਗੱਲ ਕਰਾਂਗੇ ਬਦਲਵੀਂ ਖੇਤੀ ਦੀ। ਜੀ ਹਾਂ, ਅਸੀਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਇਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਕਿਹੜੀਆਂ ਗੱਲਾਂ ਕਰਕੇ ਚੱਲ ਰਿਹਾ ਇਹ ਵੀ ਅਸੀਂ ਸਾਰੇ ਜਾਣਦੇ ਹਾਂ। ਅਕਸਰ ਗੱਲਾਂ ਬਾਤਾਂ ਤੁਰਦੀਆਂ ਨੇ ਕਿ ਖੇਤੀ ਦੇ ਵਿੱਚ ਵਿਭਿੰਨਤਾ ਹੋਣੀ ਚਾਹੀਦੀ ਆ, ਕਿਸਾਨਾਂ ਨੂੰ
ਗਲੈਡਲਸ ਦੇਖਦੇ ਹੋ, ਉਹਦੀ ਖੇਤੀ। ਇਹ ਜਿਹੜੇ ਫੁੱਲ ਨੇ ਇਹ ਐਕਸਪੋਰਟ ਵੀ ਹੁੰਦੇ ਨੇ, ਸੋ ਇਹਨਾਂ ਦੀਆਂ ਅਲੱਗ-ਅਲੱਗ ਕੁਆਲਿਟੀਜ਼ ਨੇ। ਅਤੇ ਦੂਜਾ ਫੁੱਲ ਉਹ ਹੈ ਜਿਹੜਾ ਲੋਕਲ ਸਾਡਾ ਵਿਕਦਾ ਹੈ, ਜਿਹਨੂੰ ਅਸੀਂ ਲੂਜ਼ ਫਲਾਰ ਕਹਿੰਦੇ ਹਾਂ, ਜਿਹਦੇ ਨਾਲ ਟਾਹਣੀ ਨਹੀਂ ਲੱਗੀ ਹੁੰਦੀ, ਜਿਵੇਂ ਕਿ ਗੇਂਦਾ ਹੈ, ਜਿਵੇਂ ਗੁਲਦਾਉਦੀ ਹੈ। ਸੋ ਇਹਨਾਂ ਦੀ ਅਲੱਗ-ਅਲੱਗ ਮਾਰਕੀਟ ਹੈ, ਇਹਦੇ ਹਿਸਾਬ ਨਾਲ ਅਸੀਂ ਇਹ ਫੁੱਲ ਤਿਆਰ ਕਰਦੇ ਹਾਂ। ਇਸ ਤੋਂ ਬਿਨਾਂ ਇੱਕ ਬਿਜ਼ਨਸ ਉਹ ਵੀ ਆ ਜਾਂਦਾ, ਜਿਵੇਂ ਨਰਸਰੀ ਦੀ ਗੱਲ ਕਰ ਲਈਏ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਦੇਖੋ ਤੁਸੀਂ ਕੋਈ ਵੀ ਸ਼ਹਿਰ ਲੈ ਲਓ, ਨੇੜੇ ਸਾਡੇ ਫਤਿਹਗੜ੍ਹ ਸਾਹਿਬ ਹੈ ਜਾਂ ਪਟਿਆਲਾ ਹੈ। ਮੈਂ ਪਟਿਆਲੇ ਦੀ ਗੱਲ ਕਰਦਾ, ਅਤੇ ਪਟਿਆਲੇ 'ਚ ਮੰਨ ਕੇ ਚੱਲੀਏ ਕਿ 5 ਲੱਖ ਲੋਕ ਰਹਿੰਦੇ ਹੋਣਗੇ। 5 ਨਹੀਂ 4 ਤਾਂ ਹੈਗੇ ਨੇ, 4 ਨਹੀਂ, ਚਲੋ ਅਸੀਂ 1 ਲੱਖ ਦੀ ਗੱਲ ਕਰ ਲਈਏ, 1 ਲੱਖ ਨੂੰ ਛੱਡੋ, 50,000 ਦੀ ਗੱਲ ਕਰ ਲਈਏ। ਅਤੇ 50,000 ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਸਾਡੇ ਘਰ ਸੋਹਣੇ ਫੁੱਲ ਹੋਣ ਅਤੇ ਇੱਕ ਸੋਹਣਾ ਫੁੱਲਾਂ ਦਾ ਬੂਟਾ ਹੋਵੇ। ਅਤੇ ਅਸੀਂ ਦੇਖ ਲਈਏ ਸਾਡੇ ਨੇੜੇ ਤੇੜੇ ਕਿੰਨੀਆਂ ਕੁ ਨਰਸਰੀਆਂ ਨੇ, ਔਰ ਕਿੰਨੀਆਂ ਨਰਸਰੀਆਂ 'ਚ ਉਹ 4 ਬੂਟਿਆਂ ਤੋਂ ਬਿਨਾਂ ਅਲੱਗ ਸਾਨੂੰ ਫੁੱਲ ਮਿਲ ਰਹੇ ਨੇ। ਸੋ ਇੱਥੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਔਰਨਾਮੈਂਟਲ ਫੁੱਲਾਂ ਦਾ ਔਰ ਔਰਨਾਮੈਂਟਲ ਬੂਟਿਆਂ ਦਾ ਬਹੁਤ ਜ਼ਿਆਦਾ ਸਕੋਪ ਹੈ, ਸਪੈਸ਼ਲੀ ਨਰਸਰੀ ਦਾ। ਇੱਕ ਹੋਰ ਵੀ ਦੇਖਿਆ ਨਾ ਕਿ ਜਦੋਂ ਅਸੀਂ ਰੇਟ ਪੁੱਛਦੇ ਹਾਂ ਨਰਸਰੀ ਦੇ ਵਿੱਚ, ਜਿਹੜੀ ਚੀਜ਼ ਤੋਂ ਉਹਦਾ ਫਾਇਦਾ ਮਿਲਣਾ, ਕੱਲ੍ਹ ਨੂੰ ਸਾਨੂੰ ਕੋਈ ਫਲ ਵੀ ਮਿਲਣਾ ਹੈ, ਉਹਦਾ ਭਾਅ ਘੱਟ ਆ, ਜਿਹੜਾ ਸਜਾਵਟੀ ਬੂਟਾ ਉਹਦਾ ਭਾਅ ਜ਼ਿਆਦਾ। ਦੇਖੋ ਇਹਦੀਆਂ ਮੈਂ 2-3 ਗੱਲਾਂ ਕਲੀਅਰ ਕਰਦਾ ਕਿ ਇਹਦੇ ਵਿੱਚ ਇੱਕ ਸ਼ਾਇਦ ਮੇਰੀ ਤੁਹਾਡੇ ਨਾਲ ਪੁਰਾਣੀ ਇੱਕ ਇੰਟਰਵਿਊ ਵੀ ਹੈ, ਜਿਹਦੇ ਵਿੱਚ ਮੈਂ ਪਹਿਲਾਂ ਇੱਕ ਗੱਲ ਚਰਚਾ ਕੀਤੀ ਸੀ ਕਿ ਸਪੈਸ਼ਲੀ ਜਿਹੜਾ ਬੌਨਸਾਈ ਹੈ ਉਹ ਹੁਣ ਇੱਕ ਇਹੋ ਜਿਹਾ ਪੌਦਾ ਹੈ ਜਿਹਦੇ 'ਤੇ ਮਿਹਨਤ ਬਹੁਤ ਲੱਗਦੀ ਹੈ, ਔਰ 1000 ਰੁਪਏ ਤੋਂ ਸ਼ੁਰੂ ਹੋ ਕੇ 20,000 ਤੱਕ ਇੱਕ ਬੌਨਸਾਈ ਵਿਕਦਾ ਹੈ, ਔਰ ਲੋਕੀ ਖਰੀਦਦੇ ਨੇ। ਅੱਜ ਦੀ ਡੇਟ 'ਚ ਮੈਂ ਗੱਲ ਕਰ ਲਾਂ ਕਿ ਥੋੜ੍ਹੇ ਦਿਨ ਪਹਿਲਾਂ ਇੱਕ ਬੌਨਸਾਈ ਅੱਜ ਕੱਲ੍ਹ ਕੀ ਆਉਣ ਲੱਗ ਗਏ ਨੇ ਕਿ ਉੱਪਰੋਂ ਕਟਿੰਗ ਕਰਕੇ ਟਾਹਣੀ ਲਾ ਕੇ ਜੜ੍ਹਾਂ ਦੇ ਉੱਤੇ ਉਹ ਭੇਜ ਦਿੰਦੇ ਨੇ, ਬੌਨਸਾਈ ਦੀ ਲੁੱਕ ਦਿੰਦੇ ਨੇ। 1000 ਰੁਪਏ ਦਾ ਮੇਰੇ ਸਾਹਮਣੇ ਇੱਕ ਲੇਡੀ ਖਰੀਦ ਕੇ ਗਈ। ਸੋ ਇਹਦਾ ਮਤਲਬ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ। ਸੋ ਜਿੱਥੇ ਸ਼ੌਂਕ ਦੀ ਗੱਲ ਹੈ ਉੱਥੇ ਲੋਕ ਪੈਸੇ ਖਰਚਦੇ ਨੇ। ਅਤੇ ਬਾਜ਼ਾਰ ਵੀ ਕਹਿੰਦੇ ਵੀ ਲੋਕਾਂ ਦੀ ਡਿਮਾਂਡ ਦੇ ਨਾਲ ਹੀ ਤਿਆਰ ਹੁੰਦਾ ਹੈ ਨਾ, ਜੇ ਲੋਕ ਸਜਾਵਟੀ ਵਾਲੇ ਪਾਸੇ ਨੂੰ ਗਏ ਨੇ ਤਾਂ ਹੀ ਸਜਾਵਟੀ ਬੂਟੇ ਮਹਿੰਗੇ ਨੇ। ਬਿਲਕੁਲ, ਤੁਸੀਂ ਜਿਹੜੀ ਆਪਣੀ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਾਂ ਕਣਕ ਵੱਲ ਗਏ, ਹੁਣ ਕਣਕ ਦਾ ਝਾੜ ਵੱਧ ਗਿਆ, ਫਿਰ ਅਸੀਂ ਫਰੂਟਸ ਵੱਲ ਦੇਖਣ ਲੱਗ ਗਏ ਹਾਂ, ਫਲਾਂ ਵੱਲ ਦੇਖਣ ਲੱਗ ਗਏ ਹਾਂ। ਹੁਣ ਜਦ ਸਾਡੇ ਕੋਲ ਫਲ ਵੀ ਵੱਧ ਗਏ, ਹੁਣ ਸਾਡੀ ਜੇਬ 'ਚ ਪੈਸਾ ਆ ਗਿਆ, ਤਾਂ ਅਸੀਂ ਫੁੱਲਾਂ ਵੱਲ ਦੇਖਣ ਲੱਗ ਗਏ ਹਾਂ। ਸੋ ਅੱਜ ਹਾਲਤ ਇਹ ਹੈ ਕਿ ਜਿਸ ਚੀਜ਼ 'ਤੇ ਸਾਨੂੰ ਫੋਕਸ ਕਰਨਾ ਚਾਹੀਦਾ ਉਹ ਮੈਨੂੰ ਲੱਗਦਾ ਇਹ ਸਭ ਤੋਂ ਵਧੀਆ ਨੇ। ਕਾਰਨ ਜੇ ਫੁੱਲਾਂ ਦੀ ਅਸੀਂ ਖੇਤੀ ਕਰਦੇ ਹਾਂ ਤਾਂ ਫੁੱਲਾਂ ਦੇ ਵਿੱਚ ਵੀ ਨਿਊਟ੍ਰੀਸ਼ਨ ਹੈ। ਅੱਛਾ, ਫੁੱਲਾਂ ਤੋਂ ਵੀ ਕਈ ਚੀਜ਼ਾਂ ਅਸੀਂ ਬਣਾ ਸਕਦੇ ਹਾਂ। ਐਗਜ਼ਾਮਪਲ ਦਿੰਦਾ, ਜਿਸ ਫੁੱਲ ਦੇ ਵਿੱਚ ਅਸੀਂ ਖੜੇ ਹਾਂ, ਕੈਲੇਂਡੂਲਾ। ਕੈਲੇਂਡੂਲਾ ਦੀ ਜੇ ਕਦੇ ਤੁਸੀਂ ਯੂਰਪੀਅਨ ਕੰਟਰੀਜ਼ 'ਚ ਪਤਾ ਕਰ ਲਓ ਤਾਂ ਕੈਲੇਂਡੂਲਾ ਦੀ ਜਿਹੜੀ ਚਾਹ ਵਿਕਦੀ ਹੈ ਉਹਦਾ ਰੇਟ ਕੀ ਹੈ, ਔਰ ਇਹ ਚਾਹ ਦੇ ਫਾਇਦੇ ਕੀ ਨੇ। ਜੇ ਇੱਕ ਛੋਟੀ ਜਿਹੀ ਗੱਲ ਕਰਕੇ ਕਰਾਂ ਕਿ ਅਲਸਰ ਤੱਕ ਦੀ ਬਿਮਾਰੀ ਨੂੰ ਇਹ ਫੁੱਲਾਂ ਦੀ ਚਾਹ ਕੰਟਰੋਲ ਕਰਦੀ ਹੈ। ਸੋ ਕਾਫੀ ਮੈਡੀਸਨਲ ਵੈਲਿਊ ਹੈ ਇਹਦੀਆਂ ਨੇ। ਇਹਦੀ ਕਿਹੜੀ ਚੀਜ਼ ਵਰਤੀ ਜਾਂਦੀ ਆ ਫਿਰ ਉਹਦੇ, ਆਪਾਂ ਜਦੋਂ ਇਲਾਜ ਲਈ ਇਹਨੂੰ ਵਰਤਦੇ ਹਾਂ? ਸਪੈਸ਼ਲੀ ਅਗਰ ਦੇਖੀਏ ਤਾਂ ਇਹ ਫੁੱਲ ਦੀਆਂ ਜਿਹੜੀਆਂ ਪੰਖੜੀਆਂ ਨੇ ਉਹ ਵਰਤਦੇ ਆ, ਅਤੇ ਪੱਤੇ ਵੀ ਇਸ ਚਾਹ ਲਈ ਵਰਤੇ ਜਾਂਦੇ ਨੇ, ਪਰ ਜ਼ਿਆਦਾਤਰ
ਗੁੜ ਕੇ ਇੱਕ ਛੋਟੇ ਕੱਪ ਦੇ ਵਿੱਚ ਪਾ ਲੈਂਦੇ ਹੋ ਤੇ ਇੱਕ ਚਮਚ ਤੁਸੀਂ ਚੀਨੀ ਪਾਉਂਦੇ ਹੋ ਤੇ ਬਹੁਤ ਵਧੀਆ ਚਾਹ ਜਿਹੜੀ ਆ ਉਹ ਤਿਆਰ ਹੋ ਜਾਏਗੀ। ਔਰ ਬਹੁਤ ਵਧੀਆ ਚਾਹ ਜਦੋਂ ਤੁਸੀਂ ਪੀਓਗੇ ਤਾਂ ਇਹਦਾ ਸਵਾਦ ਵੀ ਵਧੀਆ ਆਊਗਾ। ਮੈਨੂੰ ਯਾਦ ਹੈ ਕਿ ਮੇਰੇ ਕੋਲ ਇੱਕ ਦਿਨ ਦੂਰਦਰਸ਼ਨ ਦੀ ਟੀਮ ਆਈ ਔਰ ਉਹਨਾਂ ਨੂੰ ਇਹਦੀ ਮੈਂ ਚਾਹ ਪਿਲਾਈ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਜਵਾਬ ਸੀ ਕਿ ਇਹਦੇ ਵਰਗੀ ਚਾਹ ਨਹੀਂ ਪੀਤੀ। ਔਰ ਇਹਦੀ ਖਾਸ ਗੱਲ ਹੋਰ ਦੱਸਦਾ ਕਿ ਜਿੱਥੇ ਲੋਕੀ ਇਹਨੇ ਕਾਸਮੈਟਿਕ ਵਰਤਦੇ ਨੇ, ਜੇ ਇਹਦੀ ਚਾਹ ਅਸੀਂ ਪੀਏ ਤਾਂ ਇਹ ਐਂਟੀ ਰਿੰਕਲਡ ਹੈ, ਸਾਡੇ ਮੂੰਹ 'ਤੇ ਝੁਰੜੀਆਂ ਨਹੀਂ ਆਉਣਗੀਆਂ। ਸੋ ਇਹ ਬਹੁਤ ਵਧੀਆ ਜਿਹੜੀ ਚਾਹ ਇਹਦੀ ਹੈ ਉਹ ਸਾਡੇ ਹੈਲਥ ਲਈ ਹੈ। ਅਲਸਰ ਦੂਰ ਕਰਦੀ ਆ, ਮੈਂ ਤੁਹਾਨੂੰ ਦੱਸਤਾ। ਇਸ ਤੋਂ ਬਿਨਾਂ ਕਈ ਤਰ੍ਹਾਂ ਦੇ ਕੈਂਸਰਾਂ ਨੂੰ ਵੀ ਕੰਟਰੋਲ ਕਰਦੀ ਹੈ। ਸੋ ਉਹੀ ਮੈਂ ਗੱਲ 'ਤੇ ਆ ਰਿਹਾ ਕਿ ਅਗਰ ਫੁੱਲਾਂ ਨੂੰ ਅਸੀਂ ਨਿਊਟ੍ਰੀਸ਼ਨ ਦੇ ਪੱਖੋਂ ਦੇਖੀਏ ਤਾਂ ਅੱਜ ਇਸ 'ਤੇ ਸਾਨੂੰ ਜ਼ੋਰ ਦੇਣ ਦੀ ਲੋੜ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਦਾ। ਸਾਡੇ ਘਰ ਦੇ ਵਿੱਚ ਗੁਲਾਬ ਦਾ ਫੁੱਲ ਹੁੰਦਾ, ਗੁਲਾਬ ਦੀਆਂ ਪੰਖੜੀਆਂ ਝੜ ਜਾਂਦੀਆਂ, ਉਸ ਤੋਂ ਬਾਅਦ ਇੱਕ ਫਲ ਬਣ ਜਾਂਦਾ। ਅਗਰ ਉਹ ਫਲ ਪੱਕ ਜਾਂਦਾ, ਉਸ ਤੋਂ ਬਾਅਦ ਮੈਂ ਉਹਨੂੰ ਤੋੜ ਕੇ ਉਹਨੂੰ ਮਿਕਸੀ ਦੇ ਵਿੱਚ ਗ੍ਰਾਈਂਡ ਕਰ ਲਾਂ, ਪਾਊਡਰ ਬਣ ਗਿਆ। ਉਸ ਪਾਊਡਰ ਨੂੰ ਜਦੋਂ ਮੈਂ ਛਾਣਨਾ ਇਸ ਕਰਕੇ ਹੈ ਕਿਉਂਕਿ ਉਹਦੇ ਵਿੱਚ ਛੋਟੇ ਛੋਟੇ ਬਾਲ ਹੋਣਗੇ ਅਤੇ ਉਹ ਜੇ ਗਲੇ 'ਚ ਜਾਣਗੇ ਤਾਂ ਫਿਰ ਐਲਰਜੀ ਕਰਦੇ ਆ। ਉਹਨੂੰ ਜਦੋਂ ਤੁਸੀਂ ਛਾਣ ਲਓ, ਗਰਮ ਪਾਣੀ 'ਚ ਉਬਾਲ ਕੇ ਪੀਓ ਤਾਂ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸੋਰਸ ਹੈ। ਜਿੱਥੇ ਅਸੀਂ ਵਿਟਾਮਿਨ ਸੀ ਦੇ ਜਾਂ ਗੋਲੀਆਂ ਖਾਂਦੇ ਹਾਂ, ਉਹ ਸਾਡੇ ਕੋਲ ਨੈਚੁਰਲ ਚੀਜ਼ ਹੈ, ਜਿੱਥੇ ਕੋਈ ਸਪਰੇਅ ਨਹੀਂ ਹੈ। ਅਤੇ ਇਹ ਚੀਜ਼ਾਂ ਅਸੀਂ ਵਿਸਾਰ ਚੁੱਕੇ ਹਾਂ। ਦੇਖੋ, ਜਿੱਥੇ ਅਸੀਂ ਘਰ ਦੇ ਵਿੱਚ ਆਪਣੇ ਸ਼ੌਂਕ ਪੂਰੇ ਕਰ ਸਕਦੇ ਹਾਂ, ਸਜਾਵਟ ਲਈ ਬੂਟੇ ਰੱਖ ਸਕਦੇ ਹਾਂ, ਫੁੱਲਾਂ ਵਾਲੇ ਬੂਟੇ ਲਾ ਸਕਦੇ ਹਾਂ, ਉੱਥੇ ਕਿੰਨਾ ਵੱਡਾ ਲਾਹਾ ਸਾਨੂੰ ਸਿਹਤ ਪੱਖੋਂ ਵੀ ਮਿਲਦਾ। ਪਰ ਲਾਹਾ ਤਾਂ ਮਿਲੂਗਾ ਨਾ ਜੇ ਸਾਨੂੰ ਪਤਾ ਹੋਊਗਾ, ਸਾਨੂੰ ਜਾਣਕਾਰੀ ਹੋਊਗੀ। ਡਾਕਟਰ ਸਾਹਿਬ, ਕਿਉਂ ਨਹੀਂ ਇਹ ਗੱਲਾਂ ਆਮ ਤੌਰ 'ਤੇ ਸਾਨੂੰ ਸੁਣਨ ਨੂੰ ਮਿਲਦੀਆਂ ਵੀ ਜੇ ਇਹੋ ਜਿਹੇ ਪੌਦੇ ਅਸੀਂ ਘਰਾਂ 'ਚ ਲਾਉਂਦੇ ਹਾਂ ਤਾਂ ਅਸੀਂ ਇਹਨਾਂ ਨੂੰ
ਦਿੱਕਤ ਆ ਰਹੀ ਹੈ ਤਾਂ ਇਹ ਬੂਟਿਆਂ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੈ। ਤੁਸੀਂ ਅਗਰ ਫੁੱਲਾਂ ਨੂੰ ਦਿਖਾਓ ਤਾਂ ਤੁਸੀਂ ਦੇਖੋਗੇ ਕਿ ਇਹ ਹਜੇ ਥੋੜ੍ਹੇ ਮੁਰਝਾਏ ਹੋਏ ਨੇ। ਕਿਉਂ? ਕਿਉਂਕਿ ਇਹਨਾਂ ਨੂੰ ਹਜੇ ਤੱਕ 2 ਪਾਣੀ ਲੱਗੇ ਨੇ, ਤੀਜਾ ਹੁਣ ਅਸੀਂ ਲਾਣਾ ਹੈ। ਸੋ ਜੇ 3 ਪਾਣੀਆਂ ਨਾਲ ਸਾਡੀ ਜਿਹੜੀ ਫਸਲ ਹੈ ਉਹ ਬਹੁਤ ਵਧੀਆ ਬੀਜ ਦੇ ਰਹੀ ਹੈ, ਪਲੱਸ ਉਹ ਸਾਨੂੰ ਪੈਸਾ ਵੀ ਜ਼ਿਆਦਾ ਦੇ ਰਹੀ ਹੈ, ਤਾਂ ਮੈਨੂੰ ਲੱਗਦਾ ਇੱਧਰ ਨੂੰ ਸ਼ਿਫਟ ਹੋ ਕੇ ਸਾਨੂੰ ਕੋਈ ਦਿੱਕਤ ਨਹੀਂ ਹੈ। ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਗੱਲ ਉਹੀ ਆ ਗਈ ਨਾ ਕਿ ਜੋ ਸਾਡੇ ਪੁਰਖੇ ਕਰਦੇ ਆ ਰਹੇ ਨੇ, ਜਿਹੜੇ ਕੰਮ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਯਾਰ ਇੰਨੇ ਕੁ ਪੈਸੇ ਜਿਹੜੇ ਨੇ ਉਹ ਬਣੀ ਜਾਣੇ ਨੇ, ਸਥਾਈ ਹੈ ਵੀ ਸਾਡਾ ਨਾ ਇਹ ਤੋਂ ਬਿਨਾਂ ਸਾਨੂੰ ਰਿਸਕ ਨਹੀਂ ਹੈਗਾ। ਉਹਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ, ਕਹਿੰਦੇ ਜੇ ਅਸੀਂ ਇੱਦਾਂ ਦੀ ਚੀਜ਼ ਵਰਤਦੇ ਵੀ ਹਾਂ, ਅਸੀਂ ਖੇਤਾਂ ਦੇ ਵਿੱਚ ਉਗਾਉਂਦੇ ਵੀ ਹਾਂ, ਉਹਨੂੰ ਵੇਚਣ ਕਿੱਥੇ ਜਾਵਾਂਗੇ? ਸਾਡੇ ਕੋਲ ਤਾਂ ਐਡੇ ਐਡੇ ਸਾਧਨ ਹੈ ਨਹੀਂ ਕਿ ਅਸੀਂ ਉਹਨੂੰ ਸਟੇਟ ਤੋਂ ਬਾਹਰ ਜਾ ਕੇ ਵੇਚਣ ਚਲੇ ਜਾਈਏ। ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਕਲੀਅਰ ਕਰਦਾ, ਇਹ ਸਾਰਾ ਕੰਟਰੈਕਟ ਫਾਰਮਿੰਗ ਦੇ ਅੰਡਰ ਹੈ ਔਰ ਇਹਦੇ ਵਿੱਚ ਲਿਖ ਕੇ ਮੇਰੇ ਕੋਲ ਆ ਚੁੱਕਾ ਹੈ ਕਿ ਇਹ ਰੇਟ ਸਾਨੂੰ ਮਿਲੇਗਾ ਹੀ ਮਿਲੇਗਾ। ਦੂਜੀ ਚੀਜ਼, ਇਹਦੇ ਵਿੱਚ ਮੈਂ ਇਹਨੂੰ ਪੱਟ ਕੇ ਜਾਂ ਕੱਟ ਕੇ ਜਾਂ ਬੀਜ ਨੂੰ ਤਿਆਰ ਕਰਕੇ ਮੈਂ ਨਹੀਂ ਲੈ ਕੇ ਜਾਣਾ, ਉਹਨਾਂ ਨੇ ਸਾਡੇ ਫੀਲਡ ਤੋਂ ਆ ਕੇ ਲੈ ਕੇ ਜਾਣਾ। ਮੈਨੂੰ ਇੱਥੇ ਗੱਲ ਯਾਦ ਆ ਗਈ ਕਿ ਕੰਟਰੈਕਟ ਕਿਤੇ ਉਹਨਾਂ ਘਰਾਣਿਆਂ ਨਾਲ ਤਾਂ ਨਹੀਂ ਹੈਗਾ ਜਿਨ੍ਹਾਂ ਦੇ ਖਿਲਾਫ ਅੱਜ ਵੱਡਾ ਮੋਰਚਾ ਲੱਗਿਆ ਹੋਇਆ? ਨਹੀਂ, ਇਹ ਵੀ ਤੁਹਾਨੂੰ ਦੱਸਦਾ ਕਿ ਪਟਿਆਲੇ ਦੇ ਲੋਕ ਨੇ ਜਿਹੜੇ ਬੀਜ ਪੈਦਾ ਕਰ ਰਹੇ ਨੇ ਔਰ ਲੁਧਿਆਣਾ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ ਨੇ। ਸੋ ਬਹੁਤ ਵਧੀਆ ਕੰਮ ਉਹਨਾਂ ਦਾ ਚੱਲ ਰਿਹਾ ਔਰ ਪੰਜਾਬ 'ਚ ਆਲਮੋਸਟ 1000 ਏਕੜ ਦੇ ਆਸ-ਪਾਸ ਉਹ ਏਰੀਆ ਲਾ ਚੁੱਕੇ ਨੇ। ਦੇਖੋ ਇਹ ਗੱਲ ਹਾਸੇ ਦੇ ਵਿੱਚ ਤਾਂ ਬੇਸ਼ੱਕ ਮੈਂ ਕੀਤੀ ਆ, ਪਰ ਇਹਦੇ ਪਿੱਛੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਕੰਟਰੈਕਟ ਫਾਰਮਿੰਗ ਦੀ ਗੱਲ ਚੱਲ ਰਹੀ ਆ, ਸਰਕਾਰ ਕਹਿੰਦੀ ਆ ਕਿ ਕੰਟਰੈਕਟ ਫਾਰਮਿੰਗ ਹੋਊਗੀ ਤਾਂ ਬਹੁਤ ਕੁਝ ਜਿਹੜਾ ਬਦਲ ਜਾਊਗਾ, ਕਿਸਾਨ ਬਹੁਤ ਖੁਸ਼ਹਾਲ ਹੋ ਜਾਊਗਾ। ਇਹ ਕੰਟਰੈਕਟ ਫਾਰਮਿੰਗ ਤਾਂ ਆਲਰੇਡੀ ਹੈਗੀ ਆ, ਸਿਸਟਮ ਦੇ ਵਿੱਚ ਹੈਗੀ ਆ, ਤੇ ਜਿਹੜੇ ਬੰਦੇ ਗੁੰਜਾਇਸ਼ ਦੇ ਵਿੱਚ ਹੈਗੇ ਨੇ ਉਹ ਜਿੰਨਾ ਕੁ ਸਰਦਾ ਉਹਨਾਂ ਕੁ ਕੰਟਰੈਕਟ ਲੈ ਲੈਂਦੇ ਨੇ। ਸੋ ਰੌਲਾ ਇੱਥੇ ਇਹ ਚੱਲ ਰਿਹਾ ਕਿ ਤੁਸੀਂ ਇੱਕਾ ਦੁੱਕਾ ਬੰਦਿਆਂ ਨੂੰ ਹਜ਼ਾਰਾਂ ਲੱਖਾਂ ਏਕੜ ਜਿਹੜੇ ਆ ਉਹ ਜਦੋਂ ਸੌਂਪ ਦੋਗੇ, ਫਿਰ ਮਾਰਕੀਟ ਦੇ ਵਿੱਚ ਜਾਂ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਪੈਣਗੇ। ਸੋ ਕੰਟਰੈਕਟ ਫਾਰਮਿੰਗ ਦਾ ਜਿਹੜਾ ਝਾਂਸਾ ਦਿੱਤਾ ਜਾ ਰਿਹਾ, ਭੁਲੇਖਾ ਪਾਇਆ ਜਾ ਰਿਹਾ, ਆਲਰੇਡੀ ਹੈਗਾ। ਕੰਟਰੈਕਟ ਫਾਰਮਿੰਗ ਹੁਣ ਵੀ ਹੁੰਦੀ ਆ। ਇਹਦੀ ਗੱਲ ਮੈਂ 2-3 ਤੁਹਾਨੂੰ ਗੱਲਾਂ ਕਲੀਅਰ ਕਰਦਾ। ਜਦੋਂ ਇੱਕ ਦੇਖੋ ਮਾਰਕੀਟ ਦਾ ਅਸੂਲ ਹੈ ਕਿ ਜਦੋਂ ਡਿਮਾਂਡ ਜ਼ਿਆਦਾ ਔਰ ਸਪਲਾਈ ਘੱਟ, ਉਨੀ ਦੇਰ ਤੱਕ ਰੇਟ ਮਿਲੇਗਾ। ਹੁਣ ਮੈਂ ਇਹ ਗੱਲ ਕਰ ਲਾਂ ਕਿ ਇਹਨਾਂ ਦੇ ਕੰਟਰੈਕਟ ਪਹਿਲਾਂ ਹੀ ਅਮਰੀਕਾ ਵਰਗੀਆਂ ਕੰਪਨੀਆਂ ਨਾਲ ਹੋਏ ਨੇ। ਸੋ ਇਹ ਬੀਜ ਉੱਥੇ ਜਾਣੇ ਨੇ। ਅਗਰ ਇਹ ਬੀਜ ਟਾਈਮ 'ਤੇ ਪ੍ਰੋਡਿਊਸ ਨਹੀਂ ਹੁੰਦਾ, ਸਹੀ ਪ੍ਰੋਡਿਊਸ ਨਹੀਂ ਹੁੰਦਾ, ਤਾਂ ਉਹਨਾਂ ਨੇ ਸਪਲਾਈ ਕਿੱਦਾਂ ਕਰਨੀ ਹੈ? ਸੋ ਇਸ ਕਰਕੇ ਉਹ ਸਾਨੂੰ ਹਮੇਸ਼ਾ ਸਹੀ ਰੇਟ ਦਿੰਦੇ ਨੇ। ਔਰ ਜਿਸ ਕੰਪਨੀ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦੀ ਸਭ ਤੋਂ ਵੱਡੀ ਅਤੇ ਪੋਜ਼ੀਟਿਵ ਗੱਲ ਤੁਹਾਨੂੰ ਦੱਸ ਰਿਹਾ ਕਿ ਜਿੰਨੇ ਵਰਕਰ ਉਹਨਾਂ ਨਾਲ ਕੰਮ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਪੈਨਸ਼ਨ ਵੀ ਹੈ। ਦੂਜੀ ਚੀਜ਼, ਉਸ ਕੰਪਨੀ ਦਾ ਇੱਕ ਵਰਕਰ ਦੀ ਜਿਹੜੀ ਗਰਲ ਚਾਈਲਡ ਹੋਏਗਾ ਉਹਦੀ ਫ੍ਰੀ ਐਜੂਕੇਸ਼ਨ ਵੀ ਹੈ। ਸੋ ਇਹ ਫੈਸਿਲਿਟੀਜ਼ ਉਹ ਜਿਹੜੀ ਕੰਪਨੀ ਹੈ, ਲੋਕਲ ਕੰਪਨੀ ਹੈ, ਮਤਲਬ ਪਟਿਆਲੇ ਦੀ ਲੋਕਲ ਕੰਪਨੀ ਹੈ, ਉਹ ਸਾਰੀਆਂ ਫੈਸਿਲਿਟੀਜ਼ ਦੇ ਰਹੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਸਾਰੀਆਂ ਕੰਪਨੀਆਂ ਲੁੱਟਣ 'ਤੇ ਹੀ ਨੇ। ਸੋ ਦੇਖੋ, ਬਿਜ਼ਨਸ ਜਦੋਂ ਕੋਈ ਕਰਦਾ ਉਹ ਆਪਣਾ ਮਾਰਜਨ ਰੱਖਦਾ, ਪਰ ਇੱਦਾਂ ਨਹੀਂ ਹੈ ਕਿ ਸਾਨੂੰ ਇਹਦੇ 'ਚੋਂ ਬੈਨੀਫਿਟ ਨਹੀਂ ਹੋ ਰਿਹਾ। ਸੋ ਆਪਾਂ ਅਗਲੀਆਂ ਵੈਰਾਈਟੀਆਂ ਦੇ ਵੱਲ ਚੱਲਦੇ ਹਾਂ। ਸੋ ਸਰ, ਜਿਹੜੇ ਬੂਟੇ ਕੋ ਹੁਣ ਪਹੁੰਚੇ ਆ, ਇਹਦੇ ਬਾਰੇ ਦੱਸੋ। ਸੋ ਇਹ ਜਿਹੜਾ ਫੁੱਲ ਹੈ, ਇਹ ਪੇਪਰ ਫਲਾਰ ਹੈ। ਇਹਨੂੰ ਪੇਪਰ ਫਲਾਰ ਕਿਉਂ ਕਿਹਾ ਜਾਂਦਾ? ਤੁਸੀਂ ਇਹਨੂੰ ਹੱਥ ਲਾ ਕੇ ਦੇਖੋ, ਤੁਹਾਨੂੰ ਇੱਦਾਂ ਲੱਗੇਗਾ ਜਿੱਦਾਂ ਕਾਗਜ਼ ਨੂੰ ਹੱਥ ਲਾ ਰਹੇ ਹੋ। ਸੋ ਇਹ ਪੇਪਰ ਫਲਾਰ ਦੀ ਖਾਸ ਗੱਲ ਕੀ ਹੈ ਕਿ ਕਈ ਤਰ੍ਹਾਂ ਦੇ ਪ੍ਰੋਡਕਟ ਬਣਾਉਣ 'ਚ ਕੰਮ ਆਉਂਦਾ। ਇਹਨੂੰ ਕੀ ਕਰੀਦਾ, ਜਿੱਦਾਂ ਇਹ ਮੈਂ ਫੁੱਲ ਲੈ ਲਿਆ, ਇਹਨੂੰ ਮੈਂ ਤੋੜ ਲਿਆ, ਇਹਨੂੰ ਪੁੱਠਾ ਮੈਂ ਇੱਦਾਂ ਰੱਖ ਕੇ ਛਾਂ ਦੇ ਵਿੱਚ ਇਹਨੂੰ ਰੱਖ ਦੇਣਾ ਅਤੇ ਇਹਨੇ ਨੈਚੁਰਲੀ ਸੁੱਕ ਜਾਣਾ। ਅਤੇ ਜਦੋਂ ਸੁੱਕ ਗਿਆ ਤਾਂ ਇਹਦੇ ਤੋਂ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਬਟਨ ਹੋਲ, ਕੋਰਸਿਸ, ਉਹ ਤਾਂ ਬਣਨਗੇ ਹੀ, ਪਲੱਸ ਇਹਦੇ ਤੋਂ ਡਰਾਈ ਫਲਾਰ ਗ੍ਰੀਟਿੰਗ ਕਾਰਡ ਵੀ ਬਣਦੇ ਨੇ। ਔਰ ਜੇਕਰ ਤੁਸੀਂ ਉਹ ਗ੍ਰੀਟਿੰਗ ਕਾਰਡ ਦੇਖ ਲਓ ਤਾਂ ਪ੍ਰਿੰਟਡ ਗ੍ਰੀਟਿੰਗ ਕਾਰਡ ਤੁਸੀਂ ਨਹੀਂ ਖਰੀਦੋਗੇ, ਡਰਾਈ ਫਲਾਰ ਗ੍ਰੀਟਿੰਗ ਕਾਰਡ ਖਰੀਦੋਗੇ। ਦੂਜੀ ਚੀਜ਼, ਜੇ ਇਸ ਫੁੱਲ ਦੀ ਮੈਂ ਗੱਲ ਕਰ ਲਾਂ, ਇਹ ਕਈ ਸਾਲਾਂ ਤੱਕ ਡੈਕੋਰੇਸ਼ਨ ਲਈ ਮੈਂ ਵਰਤ ਸਕਦਾ ਜਦੋਂ ਇਹ ਡਰਾਈ ਹੋ ਗਿਆ। ਇੱਕ ਵਾਰ ਸੁੱਕਣ ਤੋਂ ਬਾਅਦ ਇਹ ਕਈ ਸਾਲ ਤੱਕ ਇੱਦਾਂ ਹੀ ਰਹੇਗਾ। ਦੂਜੀ ਚੀਜ਼, ਅੱਜ ਕੱਲ੍ਹ ਤੁਸੀਂ ਅਗਰ ਟੇਬਲ ਦੇਖਦੇ ਹੋ ਤਾਂ ਟੇਬਲਾਂ ਦੇ ਵਿੱਚ ਛੋਟੇ ਛੋਟੇ ਫੁੱਲ ਜਿਹੜੇ ਨੇ ਸੁੱਕੇ ਹੋਏ ਪਾਏ ਹੁੰਦੇ ਨੇ, ਔਰ ਇੱਕ ਛੋਟਾ ਜਿਹਾ ਬੰਡਲ ਹੀ ਜਿਹੜਾ ਆ ਤੁਹਾਨੂੰ ਘੱਟੋ ਘੱਟ 80 ਤੋਂ 100 ਰੁਪਏ ਦਾ ਮਿਲਦਾ ਲਿਫਾਫਾ। ਸੋ ਉਹਦੇ ਵਿੱਚ ਇਹ ਫੁੱਲਾਂ ਨੂੰ ਹੀ ਸੁਕਾ ਕੇ ਪਾਇਆ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਕਿ ਜੇ ਇਹਦਾ ਅਸੀਂ ਵੈਲਿਊ ਐਡੀਸ਼ਨ ਕਰਨਾ ਸ਼ੁਰੂ ਕਰ ਲਈਏ ਤਾਂ ਉਹਦੇ 'ਚੋਂ ਅਸੀਂ ਕਿੰਨਾ ਪੈਸਾ ਕੱਢ ਸਕਦੇ ਹਾਂ। ਔਰ ਇਹ ਫੁੱਲਾਂ ਦੀ ਖਾਸ ਗੱਲ ਕੀ ਹੈ ਕਿ ਇਹਨੂੰ ਨਾ ਸਿਰਫ ਅਸੀਂ ਕਿਆਰੀਆਂ 'ਚ ਲਾ ਸਕਦੇ ਹਾਂ, ਪਲੱਸ ਇਹਨੂੰ ਅਸੀਂ ਪੌਟ ਪਲਾਂਟ ਲਈ, ਗਮਲਿਆਂ 'ਚ ਲਾ ਕੇ ਵੀ ਡੈਕੋਰੇਸ਼ਨ ਲਈ ਵਰਤ ਸਕਦੇ ਹਾਂ। ਜਿਹੜਾ ਇਹਦਾ ਰੰਗ ਹੈ ਉਹ ਪਿੰਕ ਕਲਰ ਹੈ। ਸੋ ਜਿਹੜਾ ਪਿੰਕ ਕਲਰ ਆ ਉਹ ਵੈਸੇ ਹੀ ਜਿਹੜਾ ਕਾਫੀ ਡਿਮਾਂਡ ਦੇ ਵਿੱਚ ਰਹਿੰਦਾ। ਔਰ ਪੇਪਰ ਫਲਾਰ ਦੀ ਇੱਕ ਗੱਲ ਕਰਾਂ ਤਾਂ ਇਹਨੂੰ ਜ਼ਿਆਦਾ ਕੋਈ ਧਿਆਨ ਰੱਖਣ ਦੀ ਲੋੜ ਨਹੀਂ ਪੈਂਦੀ। ਤੁਸੀਂ ਦੇਖ ਰਹੇ ਹੋ ਕਿੰਨਾ ਜ਼ਿਆਦਾ ਇਹਦਾ ਘਿਰਾਓ ਹੈ, ਅਤੇ ਜਦੋਂ 6 ਇੰਚ ਜਾਂ 8 ਇੰਚ ਗਮਲੇ 'ਚ ਮੈਂ ਲਾਊਂਗਾ ਤਾਂ ਇਹ ਪੂਰਾ ਭਰ ਕੇ ਆਏਗਾ। ਸੋ ਇਹ ਮਾਰਕੀਟ ਦੇ ਵਿੱਚ ਵੀ ਗਮਲੇ ਜਿਹੜੇ ਆ ਤੇ ਈਜ਼ੀਲੀ ਸੇਲ ਹੋ ਜਾਂਦੇ ਨੇ।
ਔਰ ਦੂਜੀ ਚੀਜ਼, ਜਦੋਂ ਫੁੱਲ ਤਿਆਰ ਹੋ ਗਿਆ ਤੋੜ ਕੇ ਤੁਸੀਂ ਇਹਨੂੰ ਆਪ ਸੁਕਾ ਕੇ ਪਰਮਾਨੈਂਟ ਆਪਣੇ ਕੋਲ ਰੱਖ ਸਕਦੇ ਹੋ, ਜਿਹੜੇ ਕਈ ਸਾਲ ਤੱਕ ਤੁਹਾਡੇ ਘਰ ਦੀ ਖੂਬਸੂਰਤੀ ਨੂੰ ਵਧਾ ਸਕਦੇ ਨੇ। ਸੋ ਇਸ ਤਰ੍ਹਾਂ ਇਸ ਫੁੱਲ ਨੂੰ ਅਸੀਂ ਵਰਤ ਸਕਦੇ ਹਾਂ। ਔਰ ਇਹਦੇ ਵਿੱਚ ਵੀ ਇੱਕ ਖਾਸ ਗੱਲ ਕੀ ਹੈ ਕਿ ਇਹਦੇ ਅਸੀਂ ਬੀਜ ਪਾ ਕੇ ਪਹਿਲਾਂ ਪਨੀਰੀ ਤਿਆਰ ਕਰਦੇ ਹਾਂ, ਫਿਰ ਪਨੀਰੀ ਨੂੰ ਬਦਲ ਦੇਖਦੇ ਹਾਂ ਕਿ ਜਿਹੜਾ ਬੂਟਾ ਆਲਮੋਸਟ ਗਮਲੇ ਤੋਂ 1.5 ਗੁਣਾ ਉੱਚਾ ਹੋਵੇ ਤੇ ਪੂਰਾ ਭਰ ਕੇ ਆ ਰਿਹਾ ਹੋਵੇ, ਉਹ ਬੂਟਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸੋ ਗਮਲਿਆਂ ਦੇ ਵਿੱਚ ਲਾਉਣ ਲਈ ਇਹ ਜਿਹੜਾ ਹੈਗਾ ਫੁੱਲ ਇਹ ਵੀ ਬਹੁਤ ਵਧੀਆ ਹੈ, ਸਪੈਸ਼ਲੀ ਵਾਈਟ ਰੰਗ ਦਾ ਫੁੱਲ ਹੈ। ਸੋ ਜਿਹੜਾ ਵਾਈਟ ਹੈ ਉਹ ਵੈਸੇ ਹੀ ਸਾਨੂੰ ਪਤਾ ਕਿ ਸ਼ਾਂਤੀ ਦਾ ਪ੍ਰਤੀਕ ਹੈ, ਤੇ ਕਈ ਲੋਕ ਵਾਈਟ ਰੰਗ ਦੇ ਫੁੱਲ ਆਪਣੇ ਘਰ 'ਚ ਲਾਉਣਾ ਜ਼ਿਆਦਾ ਪਸੰਦ ਕਰਦੇ ਨੇ। ਸੋ ਅਗਲਾ ਜਿਹੜਾ ਫੁੱਲ ਤੁਸੀਂ ਦੇਖ ਰਹੇ ਹੋ ਜੀ, ਇਹ ਜਿਪਸੋਫਿਲਾ ਹੈ। ਸੋ ਜਿਪਸੋਫਿਲਾ ਵਿੱਚ ਮੇਨਲੀ 2 ਰੰਗ ਆਉਂਦੇ ਨੇ। ਇਹ ਜਿਹੜਾ ਹੈਗਾ ਚਿੱਟਾ ਤੇ ਗੁਲਾਬੀ ਮਿਕਸ ਹੈ। ਸੋ ਆਹ ਦੇਖ ਰਹੇ ਹੋ ਬਹੁਤ ਛੋਟੇ ਛੋਟੇ ਫੁੱਲ ਆ ਰਹੇ ਨੇ, ਇਸ ਬੂਟੇ ਤੇ ਆ ਰਹੇ ਨੇ। ਸੋ ਇਹ ਜਿਹੜੇ ਫੁੱਲ ਹੈ ਸਪੈਸ਼ਲੀ ਜਿਹੜੇ ਅਸੀਂ ਬੁੱਕੇ ਬਣਾਉਂਦੇ ਆ ਉਹਨਾਂ ਵਿੱਚ ਫਿਲਰ ਦੇ ਤੌਰ ਤੇ ਵਰਤਿਆ ਜਾਂਦਾ। ਕੀ ਹੁੰਦਾ ਹੈ, ਬੁੱਕੇ ਬਣੇ ਉਹਦੇ ਵਿੱਚ ਜਿਹੜੀ ਜਗ੍ਹਾ ਬਚ ਗਈ ਉਹਦੇ ਵਿੱਚ ਅਸੀਂ ਇਹ ਫਿਰ ਫੁੱਲ ਜਿਹੜੇ ਆ ਉਹ ਪਾਉਂਦੇ ਆ। ਔਰ ਇਸ ਜਿਪਸੋਫਿਲਾ ਦੀ ਗੱਲ ਕੀ ਹੈ ਕਿ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਸੀਡ ਪ੍ਰੋਡਿਊਸ ਕਰਦਾ। ਤੁਸੀਂ ਦੇਖੋ ਕਿ ਇੱਕ ਟਾਹਣੀ ਦੇ ਨਾਲ ਕਿੰਨੇ ਫੁੱਲ ਆ ਰਹੇ ਨੇ, ਜਿੰਨੇ ਫੁੱਲ ਆ ਰਹੇ ਨੇ ਉਨਾ ਬੀਜ ਪੈਦਾ ਹੋਏਗਾ। ਸੋ ਇੱਕ ਬਹੁਤ ਵਧੀਆ ਕਮਰਸ਼ੀਅਲੀ ਜਿਹੜਾ ਹੈਗਾ ਫਲਾਵਰ ਹੈ ਜਿਹਨੂੰ ਅਸੀਂ ਵਰਤ ਸਕਦੇ ਹਾਂ ਸੀਡ ਪ੍ਰੋਡਕਸ਼ਨ ਲਈ। ਹੁਣ ਜਿਹੜਾ ਨੈਕਸਟ ਅਸੀਂ ਫੁੱਲ ਦੇਖਣਾ ਉਹ ਅਸੀਂ ਕਹਿ ਸਕਦੇ ਹਾਂ ਕਿ ਕਈ ਕੰਮਾਂ ਦੇ ਵਿੱਚ ਉਹਨੂੰ ਵਰਤਿਆ ਜਾਂਦਾ। ਇਹ ਜਿਹੜਾ ਫੁੱਲ ਹੈ ਇਹ ਹੈਗਾ ਗਾਰਡਨ ਪੌਪੀ। ਹੁਣ ਇੱਥੇ ਕਈਆਂ ਦੇ ਦਿਮਾਗ ਦੇ ਵਿੱਚ ਆਉਂਦਾ ਗਾਰਡਨ ਪੌਪੀ ਤੇ ਪੌਪੀ। ਤੁਸੀਂ ਦੇਖ ਰਹੇ ਹੋ ਕੁਝ ਫੁੱਲ ਜਿਹੜੇ ਗਾਰਡਨ ਪੌਪੀ ਦੇ ਉਹ ਖਿੜੇ ਵੀ ਨੇ ਲਾਲ ਰੰਗ ਦੇ। ਮੈਂ ਚਾਹੁੰਦਾ ਆਪਾਂ ਉਹ ਫੁੱਲ ਦੇ ਕੋਲ ਹੀ ਚੱਲਦੇ ਹਾਂ ਤਾਂ ਕਿ ਜਿਹੜੀ ਕਲੈਰਿਟੀ ਆ ਉਹ ਜ਼ਿਆਦਾ ਹੋਵੇ। ਹਾਂ, ਉਹ ਜ਼ਿਆਦਾ ਕਲੈਰਿਟੀ ਜ਼ਿਆਦਾ ਹੋ ਜੂਗੀ। ਸੋ ਜਿਹੜਾ ਇਹ ਫੁੱਲ ਤੁਸੀਂ ਦੇਖ ਰਹੇ ਹੋ ਇਹ ਗਾਰਡਨ ਪੌਪੀ ਹੈ, ਔਰ ਇਹਨੂੰ ਦੇਖ ਕੇ ਕਈ ਤਰ੍ਹਾਂ ਦੇ ਧੋਖੇ ਵੀ ਲੱਗਦੇ ਨੇ। ਸੋ ਧੋਖਿਆਂ ਦੀ ਹੀ ਪਹਿਲਾਂ ਮੈਂ ਗੱਲ ਕਰ ਲਾਂ ਜੀ। ਸੋ ਇਹ ਜਿਹੜਾ ਫੁੱਲ ਹੈ ਇਹ ਗਾਰਡਨ ਪੌਪੀ ਹੈ। ਇੱਕ ਜਗ੍ਹਾ 'ਤੇ ਜਿੱਥੇ ਮੈਂ ਪਹਿਲਾਂ ਕੰਮ ਕਰ ਰਿਹਾ ਸੀ ਤੇ ਉੱਥੇ ਮੈਂ ਐਂਟਰੈਂਸ 'ਤੇ ਲਾਇਆ ਹੋਇਆ ਸੀ। ਸੋ ਇਹਦੀ ਖਾਸ ਗੱਲ ਕੀ ਹੈ ਕਿ ਜਦੋਂ ਤੁਸੀਂ ਐਂਟਰੈਂਸ 'ਤੇ ਲਾਉਂਦੇ ਹੋ ਤੇ ਇੱਕ ਜਦੋਂ ਫੁੱਲ ਭਰ ਕੇ ਆਉਂਦਾ ਤਾਂ ਉਹ ਜਗ੍ਹਾ ਬਹੁਤ ਸੋਹਣੀ ਲੱਗਦੀ ਹੈ। ਇਹਦੇ ਨਾਲ ਇੱਕ ਕੈਲੀਫੋਰਨੀਆ ਪੌਪੀ ਹੈ ਪੀਲੇ ਰੰਗ ਦੀ, ਉਹਨਾਂ ਦੋਨਾਂ ਨੂੰ ਅਸੀਂ ਲਗਾਉਂਦੇ ਹਾਂ। ਹੁਣ ਜੇਕਰ ਅਸੀਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਫੁੱਲ ਦੀ ਜਿਹੜੀ ਸ਼ਕਲ ਹੈ ਉਹ ਥੋੜ੍ਹੀ ਜਿਹੜੇ ਅਫੀਮ ਦੇ ਬੂਟੇ ਨੇ ਉਹਨਾਂ ਨਾਲ ਮਿਲਦੀ ਹੈ ਫੁੱਲਾਂ ਦੀ। ਸੋ ਕਈ ਲੋਕ ਧੋਖਾ ਖਾਂਦੇ ਨੇ ਇਹਦੇ ਨਾਲ। ਸੋ ਮੈਨੂੰ ਯਾਦ ਹੈ ਕਿ ਕਈ ਪੁਲਿਸ ਵਾਲੇ ਉੱਥੇ ਆ ਕੇ ਕੱਟ ਮਾਰ ਕੇ ਦੇਖਦੇ ਸੀ ਵੀ ਇਹਦੇ 'ਚੋਂ ਕੁਛ ਨਿਕਲਦਾ। ਦੂਜੀ ਚੀਜ਼, ਅੱਛਾ, ਇਹਨੇ ਵੀ ਬਾਅਦ 'ਚ ਉਹੀ ਫਾਰਮ ਲੈ ਲੈਣੀ ਆ ਵੱਡਾ ਹੋ ਕੇ? ਹਾਂ, ਫਾਰਮ ਉੱਦਾਂ ਹੀ ਲੈਂਦਾ, ਪਰ ਇਹਦੇ ਵਿੱਚ ਜਿਹੜਾ ਨਸ਼ਾ ਉਹ ਨਹੀਂ ਹੁੰਦਾ। ਔਰ ਸਾਨੂੰ ਲੀਗਲੀ ਅਲਾਊਡ ਹੈ ਇਹਦਾ ਬੀਜ ਤਿਆਰ ਕਰਨਾ, ਇਹਨੂੰ ਲਾਣਾ। ਤੁਸੀਂ ਕਾਲਜਾਂ ਸਕੂਲਾਂ 'ਚ ਵੀ ਦੇਖਦੇ ਹੋ ਤਾਂ ਇੱਥੇ ਉਹਨੂੰ ਅਸੀਂ ਲਾ ਸਕਦੇ ਹਾਂ ਕਿਉਂਕਿ ਇਹ 'ਚ ਨਸ਼ਾ ਨਹੀਂ ਹੁੰਦਾ। ਦੂਜੀ ਚੀਜ਼ ਇਹਦੇ ਬਾਰੇ ਮੈਂ ਖਾਸ ਗੱਲ ਕਰਨ ਲੱਗਾ, ਤੇ ਲੋਕਾਂ ਨੇ ਜਦੋਂ ਇਹ ਦੇਖਿਆ ਇਸ ਫੁੱਲ ਨੂੰ ਤਾਂ ਤੁਸੀਂ ਮੰਨੋਗੇ ਨਹੀਂ, ਕੀ ਜੜ੍ਹਾਂ ਕੀ ਪੱਤੇ ਫੁੱਲ ਤੱਕ ਖਾ ਗਏ, ਪਰ ਇਹਦੇ 'ਚ ਕੱਖ ਨਹੀਂ ਹੁੰਦਾ। ਸੋ ਇਸ ਫੁੱਲ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਕਿਉਂਕਿ ਇਹ ਦੇਖਣ ਨੂੰ ਆਲਮੋਸਟ ਜਿੱਦਾਂ ਕਹਿ ਸਕਦੇ ਹਾਂ ਟਿਊਲਿਪ ਹੈ ਉੱਦਾਂ ਦਾ ਫੁੱਲ ਆਉਂਦਾ। ਪਰ ਇਹ ਕਲੀਅਰ ਕਰਦਾ ਕਿ ਇਹਦੇ ਵਿੱਚ ਕੋਈ ਵੀ ਨਸ਼ਾ ਨਹੀਂ ਹੁੰਦਾ। ਸੋ ਉਸ ਪੁਆਇੰਟ ਆਫ ਵਿਊ ਨਾਲ ਇਹ ਫੁੱਲ ਨਹੀਂ ਲਾਏ ਜਾਂਦੇ। ਇਹ ਜਿਹੜੇ ਹੈ ਬਿਊਟੀਫਿਕੇਸ਼ਨ ਲਈ ਲਾਏ ਜਾਂਦੇ ਆ, ਤੇ ਇਹਨੂੰ ਜੇ ਤੁਸੀਂ ਬਡ ਇਹਦੀ ਜਦੋਂ ਬਣ ਵੀ ਜਾਂਦੀ ਹੈ ਉਦੋਂ ਦੇਖੋ ਤਾਂ ਇਹਦੇ ਵਿੱਚ ਕੋਈ ਨਸ਼ਾ ਤਿਆਰ ਨਹੀਂ ਹੁੰਦਾ। ਸੋ ਇਹ ਗਾਰਡਨ ਪੌਪੀ ਨੇ ਜੀ। ਅੱਛਾ ਡਾਕਟਰ ਸਾਹਿਬ, ਤੁਹਾਡੇ ਕੋਲੇ ਇੰਨੀ ਜਾਣਕਾਰੀ ਆ, ਤੁਸੀਂ ਪ੍ਰੈਕਟੀਕਲ ਵੀ ਕਰਦੇ ਹੋ। ਹੁਣ ਆਮ ਬੰਦੇ ਨੂੰ ਜਾਣਕਾਰੀ ਨਹੀਂ ਮਿਲਦੀ ਹੈਗੀ, ਕੀ ਆਪਾਂ ਇੱਥੇ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਵੀ ਦਿੰਦੇ ਆ ਜੇ ਕੋਈ ਕਿਸਾਨ ਜਿਹੜਾ ਉਹ ਲੈਣੀ ਚਾਹੁੰਦਾ? ਦੇਖੋ, ਜੇ ਮੈਂ ਅੱਜ ਕੱਲ੍ਹ ਦੀ ਹੀ ਗੱਲ ਕਰਾਂ ਤਾਂ ਪਹਿਲਾਂ ਕਾਲਜਾਂ ਦੇ ਹਫਤਾਵਾਰ ਜਿਹੜਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਟ੍ਰੇਨਿੰਗ ਲਗਾਈ ਗਈ, ਜਿਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਕਾਲਜਾਂ ਦੇ ਮਾਲੀਆਂ ਨੂੰ ਟ੍ਰੇਨਿੰਗ ਦਿੱਤੀ। ਅਤੇ ਹੁਣ ਜਿਹੜੇ ਹੈ ਸਕੂਲਾਂ ਦੇ ਜਿਹੜੇ ਮਾਲੀ ਨੇ ਉਹ ਆਏ ਹੋਏ ਨੇ, ਜਿਨ੍ਹਾਂ ਨੂੰ ਅਸੀਂ ਸਿਖਾ ਰਹੇ ਹਾਂ ਕਿ ਕਿਹੜੇ ਫੁੱਲ ਕਦੋਂ ਲਗਾਏ ਜਾਣ।
ਸੋ ਦੈਟ ਕਿ ਉਹਨਾਂ ਨੂੰ ਵੀ ਇਹ ਪਤਾ ਹੋਵੇ ਕਿ ਕਿਹੜੇ ਸੀਜ਼ਨ 'ਚ ਕਿਹੜੇ ਫੁੱਲ ਲੱਗਣੇ ਆ ਤੇ ਉਹਨਾਂ ਦੀ ਨਰਸਰੀ ਕਿੱਦਾਂ ਤਿਆਰ ਕਰਨੀ ਹੈ, ਤਾਂ ਕਿ ਅਸੀਂ ਜਿਹੜੇ ਇੰਨੇ ਸਾਡੇ ਬਹੁਤ ਵਧੀਆ ਅਦਾਰੇ ਨੇ ਜਿੱਥੇ ਇੰਨੀਆਂ ਵੱਡੀਆਂ ਬਿਲਡਿੰਗ ਨੇ ਉਹਨਾਂ ਨੂੰ ਅਸੀਂ ਫੁੱਲਾਂ ਨਾਲ ਵੀ ਖੂਬਸੂਰਤ ਬਣਾ ਸਕੀਏ। ਸੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਆਪਣੇ ਬਿਹਾਫ ਤੇ, ਕੀ ਭਰੋਸਾ ਦੇ ਸਕਦੇ ਹੋ? ਮਤਲਬ ਜੇ ਕੋਈ ਬੰਦਾ ਕਰਨਾ ਵੀ ਚਾਹੁੰਦਾ ਆ ਤਾਂ ਕਿੰਨੀ ਕੁ ਜਗ੍ਹਾ ਤੋਂ ਉਹਨੂੰ ਸ਼ੁਰੂਆਤ ਕਰਨੀ ਚਾਹੀਦੀ ਆ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਹਾਂ ਕਿ ਕਦੇ ਵੀ ਕਿਸੇ ਏਰੀਏ ਨੂੰ ਜ਼ਿਆਦਾ ਕਿਸੇ ਚੀਜ਼ 'ਤੇ ਨਾ ਲਾਓ, ਔਰ ਸਪੈਸ਼ਲੀ ਕਿਸੇ ਦੇ ਕਹੇ 'ਤੇ। ਹੁਣ ਮੈਨੂੰ ਵੀ ਕਈ ਸੁਣਨਗੇ, ਉਹਨਾਂ ਨੂੰ ਲੱਗੇਗਾ ਸ਼ਾਇਦ ਫੁੱਲਾਂ ਦੀ ਖੇਤੀ 'ਚ ਬਹੁਤ ਪੈਸਾ ਹੈ। ਮੈਂ ਇਹ ਕਹਿੰਦਾ ਕਿ ਪਹਿਲਾਂ ਅੱਧਾ ਕਿੱਲਾ, 2 ਕਿੱਲੇ, ਕਿੱਲਾ ਲਾ ਕੇ ਦੇਖੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹਨੂੰ ਕਿੱਦਾਂ ਅਸੀਂ ਕੇਅਰ ਕਰਨੀ ਹੈ, ਕਿੱਦਾਂ ਪਾਲਣਾ, ਤਾਂ ਕਿ ਅਗਲੀ ਵਾਰ ਤੁਸੀਂ ਉਹਨੂੰ ਵਧਾ ਸਕੋ। ਜੇ ਪਹਿਲੀ ਵਾਰ ਹੀ ਤੁਸੀਂ ਜ਼ਿਆਦਾ ਲਾ ਲਿਆ ਔਰ ਤੁਹਾਡੇ ਤੋਂ ਸੰਭਾਲਿਆ ਨਹੀਂ ਗਿਆ ਤਾਂ ਉਹ ਤੁਸੀਂ ਉਹ 'ਚ ਮਾਰ ਖਾਓਗੇ ਹੀ ਖਾਓਗੇ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਮੇਰੇ ਫਾਦਰ ਸਾਹਿਬ ਸੀ ਇਲੈਕਟ੍ਰਿਸਿਟੀ ਬੋਰਡ 'ਚ, ਉਹ ਐਕਸੀਅਨ ਰਿਟਾਇਰ ਹੋਏ ਨੇ, ਤਾਂ ਨਾਲ ਸ਼ਹਿਦ ਦੀਆਂ ਮੱਖੀਆਂ ਦਾ ਕੰਮ ਕਰਦੇ ਸੀ ਅਸੀਂ। ਅਤੇ ਜਦੋਂ ਅਸੀਂ ਸ਼ੁਰੂ ਕੀਤਾ ਹੈ ਤਾਂ ਸਿਰਫ 5 ਬਕਸਿਆਂ ਨਾਲ ਕੀਤਾ ਸੀ, ਤਾਂ ਕਿ ਅਸੀਂ ਸਿੱਖ ਸਕੀਏ ਵੀ ਇਹ ਸ਼ਹਿਦ ਮੱਖੀਆਂ ਪਾਲਦੀਆਂ ਕਿੱਦਾਂ ਅਤੇ ਕੱਢਣੀਆਂ ਕਿੱਦਾਂ ਸ਼ਹਿਦ ਹੈ। ਅਤੇ ਉਸ ਤੋਂ ਬਾਅਦ ਫਿਰ ਅਸੀਂ 50 ਬਕਸਿਆਂ ਤੱਕ ਲੈ ਕੇ ਗਏ ਹਾਂ ਕਿ ਉਹਨੂੰ ਕੰਟਰੋਲ ਕਰ ਸਕੀਏ। ਸੋ ਜਦੋਂ ਵੀ ਸ਼ੁਰੂ ਕਰੋ ਉਹ ਛੋਟੇ ਲੈਵਲ 'ਤੇ ਸ਼ੁਰੂ ਕਰੋ ਅਤੇ ਆਪਣੀ ਮਾਰਕੀਟ ਬਣਾ ਕੇ ਸ਼ੁਰੂ ਕਰੋ। ਜੇ ਸਿੱਧਾ ਅਸੀਂ ਇਹ ਸੋਚ ਕੇ ਕਿ ਹਾਂ ਬਹੁਤ ਫਾਇਦਾ ਅੱਜ ਲਾ ਲਈਏ, ਫਿਰ ਉਹ ਆਲੂਆਂ ਵਾਲਾ ਹਾਲ ਹੁੰਦਾ ਕਿ ਇੱਕ ਵਾਰ ਜ਼ਿਆਦਾ ਹੋ ਗਏ ਤਾਂ ਫਿਰ ਸਾਰੇ ਸੜਕਾਂ 'ਤੇ ਸਿੱਟਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਦੱਸ ਦਿਆਂ ਇੱਕ ਵਾਰੀ ਡਾਕਟਰ ਸਾਹਿਬ ਤੋਂ ਵਿਦਾ ਲੈਣ ਤੋਂ ਪਹਿਲਾਂ ਕਿ ਇਹਨਾਂ ਦੇ ਕੋਲੇ ਜਿਹੜੇ ਔਸ਼ਧੀ ਬੂਟੇ ਨੇ, ਜਿਨ੍ਹਾਂ ਨੂੰ ਮੈਡੀਸਨਲ ਪਲਾਂਟ ਕਹਿੰਦੇ ਆ, ਉਹਨਾਂ ਦੀ ਬਹੁਤ ਵੱਡੀ ਜਾਣਕਾਰੀ ਆ। ਅਸੀਂ ਇਹਨਾਂ ਦੇ ਨਾਲ ਉਸ ਵਿਸ਼ੇ ਦੇ ਉੱਤੇ ਵੀ ਪ੍ਰੋਗਰਾਮ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਸੋ ਜੁਝਾਰ ਸਿੰਘ ਜੀ, ਬਹੁਤ ਸੋਹਣੀਆਂ ਗੱਲਾਂ ਬਾਤਾਂ ਦੱਸੀਆਂ। ਉਹ ਵਿਸ਼ਾ ਆਪਾਂ ਨੇ ਅੱਜ ਛੇੜਿਆ ਜਿਹੜਾ ਆਮ ਤੌਰ 'ਤੇ ਛੇੜਿਆ ਨਹੀਂ ਜਾਂਦਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਦਰਸ਼ਕੋ, ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਹਾਨੂੰ ਜ਼ਰੂਰ ਸਾਨੂੰ ਦੱਸਿਓ। ਇਸੇ ਤਰੀਕੇ ਦੇ ਨਾਲ ਸਿੱਖ ਚੈਨਲ ਦੇ ਉੱਤੇ ਅਸੀਂ ਤੁਹਾਡੇ ਲਈ ਨਵੇਕਲੇ ਕਿਸਮ ਦੇ ਜਿਹੜੇ ਵਿਸ਼ੇ ਆ ਉਹ ਲੈ ਕੇ ਆਉਂਦੇ ਰਵਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਇਹ ਉੱਠਦਾ ਕਿ ਜੇ ਹਰ ਬੰਦਾ ਫੁੱਲਾਂ ਦੀ ਖੇਤੀ ਕਰਨ ਲੱਗ ਜਾਵੇ ਫਿਰ ਜਾਊ ਕਿੱਥੇ ਇੰਨਾ ਫੁੱਲ? ਦੇਖੋ, ਫੁੱਲਾਂ ਦੀ ਜਿਹੜੀ ਖੇਤੀ ਹੈ ਇਹ ਸਮਾਂ ਮੰਗਦੀ ਹੈ, ਔਰ ਹਰੇਕ ਚੀਜ਼ ਸਮੇਂ 'ਤੇ ਹੈ। ਜਿਵੇਂ ਇਹਨੂੰ ਲਾਉਣ ਦਾ ਸਮਾਂ, ਜੇ ਉਹ ਤੋਂ ਖੁੰਝ ਗਏ ਤਾਂ ਵੀ ਅਸੀਂ ਗਏ ਹਾਂ। ਹੋਰ ਵੀ ਦੇਖਿਆ ਨਾ ਕਿ ਜਦੋਂ ਅਸੀਂ ਰੇਟ